ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸੁਖਪਾਲ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਲਹਿਰਾ ਬੇਟ ਨੇੜੇ ਮਖੂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਸੁਖਪਾਲ ਸਿੰਘ ਜੀ ਦਾ ਜਨਮ 30 ਅਗਸਤ 1967 ਵਿੱਚ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਮੋਹਨ ਸਿੰਘ ਜੀ ਦੇ ਘਰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸਹਿਣਸ਼ੀਲ, ਮਿਹਨਤੀ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਮੁੱਢਲੀ ਵਿਦਿਆ ਆਪ ਜੀ ਨੇ ਪ੍ਰਾਇਮਰੀ ਸਕੂਲ ਪਿੰਡ ਤੋਂ ਹੀ ਹਾਸਿਲ ਕੀਤੀ। ਉਪਰੰਤ BA ਤੱਕ ਦੀ ਵਿਦਿਆ ਹਾਸਿਲ ਆਪ ਜੀ ਨੇ ਗਵਰਨਮੈਂਟ ਕਾਲਜ ਜੀਰਾ ਤੋਂ ਕੀਤੀ। ਸਖਤ ਮਿਹਨਤ ਦੇ ਸਦਕਾ ਆਪ ਜੀ ਨੇ ਉਚੇਰੀ ਵਿਦਿਆ ਹਾਸਿਲ ਕਰਨ ਤੋਂ ਬਾਅਦ ਆਪਣੇ ਪਿਤਾ ਜੀ ਦੇ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਨਾਲ ਆਪ ਜੀ ਨੇ ਡਾਕਟਰੀ ਦੀ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ। ਸਨ 1991 ਵਿੱਚ ਆਪ ਜੀ ਦਾ ਵਿਆਹ ਸਰਦਾਰਨੀ ਮਨਦੀਪ ਕੌਰ ਹੁਣਾਂ ਨਾਲ ਹੋਇਆ। ਸਰਦਾਰਨੀ ਮਨਦੀਪ ਕੌਰ ਜੀ ਨੇ ANM ਦੀ ਸਿੱਖਿਆ ਹਾਸਿਲ ਕੀਤੀ ਹੋਈ ਸੀ ਅਤੇ ਨਾਲ ਹੀ ਨਾਲ ਆਪ ਜੀ ਦੀ ਡਾਕਟਰੀ ਪ੍ਰੈਕਟਿਸ ਵੀ ਚੱਲਦੀ ਰਹੀ। ਆਪ ਜੀ ਦੇ ਘਰ ਇੱਕ ਪੁੱਤਰੀ ਅਤੇ ਇੱਕ ਪੁੱਤਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਅਤੇ ਨਾਲ ਹੀ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ। ਆਪਣੇ ਬੱਚਿਆਂ ਨੂੰ ਖੂਬ ਪੜਾਇਆ ਲਿਖਾਇਆ, ਚੰਗੇ ਸੰਸਕਾਰ ਦਿੱਤੇ ਅਤੇ ਸਮੇਂ ਦਾ ਹਾਣੀ ਬਣਾਇਆ। ਮੌਜੂਦਾ ਸਮੇਂ ਵਿੱਚ ਆਪ ਜੀ ਦੀ ਬੇਟੀ MBBS ਕਰ ਚੁੱਕੇ ਹਨ ਅਤੇ ਡਾਕਟਰ ਹਨ ਅਤੇ ਆਪ ਜੀ ਦੇ ਬੇਟੇ ਨੇ BDS ਕੀਤੀ ਹੋਈ ਹੈ ਅਤੇ ਕੈਨੇਡਾ ਵਿਖੇ ਸੈਟਲ ਹਨ। ਸਰਦਾਰ ਸੁਖਪਾਲ ਸਿੰਘ ਜੀ ਸਮਾਜ ਵਿੱਚ ਵਿਚਰਨ ਵਾਲੇ ਇਨਸਾਨ ਸਨ ਅਤੇ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ। ਆਪ ਜੀ ਦੇ ਅਸਲ ਰਸੂਖ ਅਤੇ ਆਪ ਜੀ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਆਪ ਜੀ ਦੀ ਪਤਨੀ ਸਰਦਾਰਨੀ ਮਨਦੀਪ ਕੌਰ ਹੁਣਾਂ ਨੂੰ ਖੇਤੀਬਾੜੀ ਵਿਕਾਸ ਬੈਂਕ ਜੀਰਾ ਦਾ ਡਾਇਰੈਕਟਰ ਬਣਾਇਆ ਗਿਆ ਅਤੇ ਮੌਜੂਦਾ ਸਮੇਂ ਵਿੱਚ ਉਹ ਇਨ੍ਹਾਂ ਸੇਵਾਵਾਂ ਨੂੰ ਬਖੂਬੀ ਨਿਭਾ ਰਹੇ ਹਨ। ਸਰਦਾਰ ਸੁਖਪਾਲ ਸਿੰਘ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਤਨੋ ਮਨੋ ਅਤੇ ਧਨੋ ਕਰਿਆ ਕਰਦੇ ਸਨ। ਲਾਕਡਾਊਨ ਦੇ ਸਮੇਂ ਵਿੱਚ ਆਪ ਜੀ ਨੇ ਗਰੀਬ ਪਰਿਵਾਰਾਂ ਦੀ ਦਿਲ ਖੋਲ ਕੇ ਸੇਵਾ ਕੀਤੀ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਸਰਦਾਰ ਸੁਖਪਾਲ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਚਾਹੇ ਆਪ ਜੀ ਨੇ ਥੋੜੀ ਉਮਰ ਹੀ ਇਸ ਦੁਨੀਆ ਤੇ ਬਸਰ ਕੀਤੀ, ਪਰ ਅਜਿਹੀਆਂ ਯਾਦਾਂ ਛੱਡ ਗਏ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਸਰਦਾਰ ਸੁਖਪਾਲ ਸਿੰਘ ਜੀ ਦੇ ਭਾਈ ਪੂਰਨਿਆ ਤੇ ਮੌਜੂਦਾ ਸਮੇਂ ਵਿੱਚ ਉਹਨਾਂ ਦਾ ਪਰਿਵਾਰ ਚੱਲ ਰਿਹਾ ਹੈ।
पावन शब्द के नाम जुड़ करके सरदार सुखपाल सिंह को श्रद्धा दे अपना अकीदा पेट करिए जी। बड़े सुखाले जी शब्द ने गुरु रामदास महाराज पातशाह जी सतगुरु की समझाते आओ। हर जपदिया खिन टिलना की जई मेरी जिंदड़ी 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 मत के जावे आवे के ना आवे मत के जावे आवे के ना आवे हर जपदिया खिन टिलना की जई मेरी जिंदड़ी हर जपदिया खिन टिलना की जई मेरी जिंदड़ी मत के जावे आवे के ना आवे मत के
मूरत साकड़ी सो मोहत सफल है मेरी जिंदड़ी जित हर प्रभ मेरा जित हर प्रभ मेरा जित मेरा वाहेगुरु जन नानक नाम ते आया जन नानक नाम ते आया मेरी जिंदड़ी जम कंकर नेड़ना आवे ना जम कंकर नेड़ना आवे ना मत के जापे साहो आवे के नया मेरा मत के जापे साहो आवे के नया मेरा हर जप दिया एक ढिलना की मेरी जिंदड़ी हर जप दिया एक ढिलना मेरी जिंदड़ी मत पे जापे साहो आवे के नया मेरा मत पे जापे साहो आवे के नया मेरा हर जप दिया एक ढिलना की मेरी जिंदड़ी हर जप दिया एक ढिलना की मेरी जिंदड़ी हर जप दिया एक ढिलना की मेरी जिंदड़ी मेरी जिंदड़ी मेरी जिंदड़ी मेरी जिंदड़ी सोड़ा सनिया जाए के होंगे सोड़ा सनिया ना जाए के होंगे सोड़ा सनिया ना जाए सोड़ा सनिया जाए विछोड़ा सनिया जाए विछोड़ा सनिया जाए हे हो विछोड़ा सनिया ना जाए हे हो विछोड़ा सनिया ना जाए विछोड़ा सनिया
ਲਾਏ ਬਿਨ ਪੀਰ ਦੇਖੈ ਨੀਂਦ ਨਾ ਪਾਏ 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 ਵਿਛੋੜਾ ਸਹਿਆ ਜਾਏ ਵਿਛੋੜਾ ਸਹਿਆ ਜਾਏ ਵਿਛੋੜਾ ਸਹਿਆ ਜਾਏ ਵਿਛੋੜਾ ਸਹਿਆ ਜਾਏ ਇਹ ਵਿਛੋੜਾ ਸਹਿਆ ਜਾਏ ਇਹ ਵਿਛੋੜਾ ਸਹਿਆ ਜਾਏ 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 ਇਹ ਵਿਛੋੜਾ ਸਹਿਆ ਜਾਏ ਇਹ ਵਿਛੋੜਾ ਸਹਿਆ ਜਾਏ ਨਾਮ ਹੀਣਾ ਬਿਨ ਸੇ ਦੁਖ ਪਾਏ ਨਾਮ ਹੀਣਾ ਬਿਨ ਸੇ ਦੁਖ ਪਾਏ ਤ੍ਰਿਸ਼ਨਾ ਜਲਿਆ ਭੁਖ ਨ ਜਾਏ 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 ਵਿਛੋੜਾ ਸਹਿਆ ਨ ਜਾਏ ਵਿਛੋੜਾ ਸਹਿਆ ਨ ਜਾਏ ਵਿਛੋੜਾ ਸਹਿਆ ਨ ਜਾਏ ਵਿਛੋੜਾ ਸਹਿਆ ਨ ਜਾਏ ਇਹ ਵਿਛੋੜਾ ਸਹਿਆ ਨ ਜਾਏ ਇਹ ਵਿਛੋੜਾ ਸਹਿਆ ਨ ਜਾਏ 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 ਇਹ ਵਿਛੋੜਾ ਸਹਿਆ ਨ ਜਾਏ ਇਹ ਵਿਛੋੜਾ ਸਹਿਆ ਨ ਜਾਏ ਇਹ ਵਿਛੋੜਾ ਸਹਿਆ ਨ ਖਾਂਦਾ ਮਨ ਨਿਵਾ ਮਾਤੀ ਉਤੀ ਮਾਤ ਪਾਤ ਦਾ ਰਾਖਾਇਆ ਵਾਹਿਗੁਰੂ ਨੇ ਮਾਨਿਆ ਦੇ ਮਾਨ ਨੇ ਤਾਨਿਆ ਦੇ ਤਾਨ ਨਿਉਟਿਆ ਨੀ ਹੋਰ ਸਤਿਗੁਰੂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਆਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਿਹਰਬਾਨ ਹਜ਼ੂਰ ਆਪ ਜੀ ਦੇ ਪਾਵਨ ਚਰਨਾਂ ਵਿਖੇ ਸਾਨੂੰ ਕੇ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਪਾਵਨ ਭਾਣੇ ਅੰਦਰ ਸਭਨਾ ਮਰਨਾ ਆਇਆ ਵੇਸ਼ੋੜਾ ਸਾਬਨਾ ਕੁਛ ਹੋ ਜਾਏ ਸਿਆਣਿਆ ਆਕੇ ਮਿਲਨ ਕੇ ਨਾਹ ਹਮ ਆਦਮੀ ਹਾਂ ਇਕਦਮੀ ਮੋਹਲਕ ਮੋਹਤ ਨਾ ਜਾਣਾ ਨਾਨਕ ਬਿਨਵੈ ਦਿਸੈ ਸੜੇ ਮੋਹ ਜਾਕੇ ਜੀ ਪੁਰਾਣਾ ਹਜ਼ੂਰ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਭਾਣੇ ਅੰਦਰ ਦਾਈ ਘਰ ਦੇ ਸੇਵਕ ਡਾਕਟਰ ਸੁਖਪਾਲ ਸਿੰਘ ਹਜ਼ੂਰ ਪਾਤਸ਼ਾਹ ਜਿਨੀ ਆਪ ਜੀ ਨੇ ਆਪ ਦੇ ਖਜ਼ਾਨੇ ਤੋਂ ਸਵਾਸਾਂ ਦੀ ਪੂੰਜੀ ਬਖਸ਼ੀ ਸੋ ਮਾਦ ਲੋਕ ਦੀ ਯਾਤਰਾ ਕਰਦੇ ਹੋਏ ਅੱਜ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰਕੇ ਸਨ ਹਜ਼ੂਰ ਪਾਤਸ਼ਾਹ ਜੀ ਸਮੂਹ ਵੱਡਾ ਛੋਟਾ ਪਰਿਵਾਰ ਇਕੱਤਰ ਹੁੰਦੇ ਆ
ਵਿਛੜੀ ਹੋਈ ਆਤਮਾ ਦੇ ਨਿਮਿਤ ਘਰ ਪਰਿਵਾਰ ਦੇ ਭਲੇ ਹਿਤ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਪਵਾਏ ਉਪਰੰਤ ਖੁੱਲੇ ਪੰਡਾਲ ਅੰਦਰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਵਾਜਣਾ ਕੀਤਾ। ਮਿਹਰਬਾਨ ਪਾਤਸ਼ਾਹ ਜੀ ਆਪ ਜੀ ਦੇ ਘਰੋਂ ਘਰੋਂ ਸਤਿਗੁਰੂ ਪਾਤਸ਼ਾਹ ਜੀ ਵਰੋਂ ਸਾਏ ਹੋਏ ਕੀਰਤਨੀਏ ਸਿੰਘਾਂ ਨੇ ਮਿਹਰਬਾਨ ਪਾਤਸ਼ਾਹ ਜੀ ਗੁਰਬਾਣੀ ਦਾ ਹਰਦਾਸ ਪਵਿੱਤਰ ਸ਼ਬਦ ਗੁਰਬਾਣੀ ਗਾਇਨ ਕੀਤੇ। ਗੁਰਮਤਿ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਮਤ ਸੋਝੀ ਸੁਧ ਬਾਣੀ ਪੜ੍ਹਨ ਦੇ ਕੀਰਤਨ ਕਰਨ ਦੇ ਬਲ ਬਖਸ਼ਿਸ਼ ਕਰਨੇ ਜੀ। ਆਪ ਜੀ ਦੇ ਹਜ਼ੂਰ ਦਇਆ ਦ੍ਰਿਸ਼ਟੀ ਕਰਿਓ। ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਲਈ ਆਪ ਦੇ ਚਰਨਾਂ ਦਾ ਨਿਵਾਸ ਪਰਿਵਾਰ ਸਾਥ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ। ਘਰ ਪਰਿਵਾਰ ਤੇ ਮੇਲ ਭਰਿਆ ਹੱਥ ਰੱਖਣਾ ਸਮੂਹ ਨਗਰ ਇਲਾਕੇ ਦਾ ਭਲਾ ਕਰਨਾ ਹਜ਼ੂਰ ਦਾਤਾ ਜੀਓ। ਪ੍ਰਾਣੀ ਪਾਸੋਂ ਸੰਸਾਰ ਅੰਦਰ ਵਿਚਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਖਿਮਾ ਕਰਨੇ ਸਦੀਵ ਕਾਲ ਲਈ ਬਖਸ਼ ਕੇ ਆਪ ਦੇ ਚਰਨਾਂ ਨਾਲ ਜੋੜਨਾ ਜੀ। ਆਂਗ ਸੰਗ ਹੋ ਕੇ ਸਹਾਇਤਾ ਕਰਨੀ ਮਿਹਰਬਾਨ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪੰਚਮ ਗ੍ਰਹ ਪ੍ਰਸਾਦੀ ਦੇਖ ਭੇਟਾ ਧਾਰ ਪ੍ਰਵਾਨ ਕਰੋ। ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਮਿਹਰਬਾਨ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੀ ਕੀ ਅਰਦਾਸ ਚਰਨ ਕਮਲਾ ਪਾਸ ਅਖਰ ਵਾਦ ਘਟ ਭੁਲ ਚੁਕ ਮਾਫ ਕਰਨੀ। ਹੁਕਮਨਾਮੇ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ। ਜੋ ਦਰ ਆਵੇ ਸੋ ਰਾਜੀ ਜਾਵੇ ਸੁਖ ਹੋਵੇ। ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਸੋਈ ਕਰਾਏ ਜੋ ਤੁਧ ਭਾਵੈ ਮੋਹੈ ਸਿਆਨਪ ਕਛੂ ਨ ਆਵੈ। ਹਮ ਬਾਰਿਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ। ਸੋਈ ਕਰਾਏ ਜੋ ਤੁਧ ਭਾਵੈ ਮੋਹੈ ਸਿਆਨਪ ਕਛੂ ਨ ਆਵੈ। ਹਮ ਬਾਰਿਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਨ ਲਾਗਾ। ਕਰੀ ਤੇਰਾ ਕਰਾਇਆ ਜੀਆ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ। ਜੈ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ। ਜੀਆ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ।
सो करना। नानक दास तेरी सरना। वाहिगुरु जी का खालसा, वाहिगुरु जी की फतेह। ਕਰੋੜਾਂ ਬ੍ਰਹਮੰਡਾਂ ਦੇ ਕਰਤਾ ਧਰਤਾ, ਹਾਜ਼ਰ ਨਾਜ਼ਰ ਸ਼ਬਦ ਗੁਰੂ। ਧੰਨ ਧੰਨ ਆਦਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੱਜ ਦੇ ਇਸ ਸੋਗਮਈ ਸਮਾਗਮ ਦੌਰਾਨ ਦੂਰੋਂ ਨੇੜਿਓਂ ਸਾਕ ਸੰਬੰਧੀ ਨਗਰ ਨਿਵਾਸੀ ਇਲਾਕਾ ਨਿਵਾਸੀ ਮਾਈ ਭਾਈ ਭੈਣ ਭਰਾ ਵੀਰ ਸਾਰੇ ਪਹੁੰਚੇ ਹੋ। सतगुरु पातशाह जी की अमृत गुरबाणी का फैसला हम आदमी हा एकदमी मोहलत मोहत ना जाना। नानक बिनवै किसै सरेवो जाके जी पुराना। सब कहते जे दम आ गया तो आदमी आ, अगर दम नहीं आया तो शरीर मिट्टी की ढेरी। सो आप सबनों पता ही है कि सत्कार जो डॉक्टर सुखपाल सिंह सो जिथे वो गुरमत के धारणी सन, पावन गुरबाणी के नित नेमी सन और गुरु घरां दा सत्कार करने वाले सन। इस दे नाल नाल इलाके दे विच एक चंगे समाज सेवी इंसान भी सन, जिन्हां दा अचानक सड़क हादसे दौरान चले जाना पूरे इलाके विच सोग दी लहर जिहड़ी दौड़ गई सी। क्योंकि साहिब पातशाह गुरबाणी अंदर कहंदे ने जिस ठाकर सो नाही जारा, ताको कीजै सद नमस्कार। क्योंकि हुण साडे उस अकाल पुरख परमात्मा दाते अगे केवल नमस्कार है, इस तो वध कुछ नहीं। सो बहुत वड्डा सदमा ना सहारन योग है, पर साडे गुरुआं दा भाना सानू ये मनना सिखाया और मन रहे हैं, मनांगे ते मनदे आ भी रहे हैं। साहिब कृपा करन उस विछड़ी हुई आत्मा सदैव काल लई अपने चरणों का निवास बख्शिश करन। परिवार नूं साग संबंधियां नूं सानू सब नूं अपना भाना मनन का बल बख्शिश करन। घर परिवार की सब मेहर भरिया हथ रखन। बच्चों नूं नामदान की दात, गुरसिੱਖੀ की दात, गुरबाणी की दात, गुरु घर का प्यार बख्शिश करके साहिब निवाजन। सो इस दे नाल ही बेनती करा साडे अति सत्कारयोग सो ज्ञानी हरप्रीत सिंह जी मखू, तिन्हां दे भराता जी विद्वानां की दुनिया के विचों ज्ञानी हरपाल सिंह जी मखू 5-7 मिनट की हाजरी जिहड़ी है वो लवाउणगे। उस तो उपरंत अगला प्रोग्राम सो जथेदार महेंद्र सिंह जी चेयरमैन साहिब वो आप संगतां दे नाल साझा करनगे। बेनती करा ज्ञानी हरपाल सिंह जी मखू। वाहिगुरू जी का खालसा, वाहिगुरू जी की फतेह। सम्मानयोग जुगो जुग अटल चवर शतर तख्त दे मालिक, मनुखता दे रहबर, सांझीवालता दे पैगंबर, सिद्धांतां दे खजाने, तपने हृदयां नूं ठारन वाले गुरता गद्दी ते विराजमान जगत गुरु धन धन श्री गुरु ग्रंथ साहिब जी महाराज जी की पावन गोद के अंदर सोगमी दीवान की हाजरी भर रहे सतसंगी जनों। कोई समा हुंदा जदों बंदा केवल मौत दीयां गल्लां करदा है। मनुखी फितरत ते मनुखी सुभाव बंदा हमेशा मौत की गल नहीं करता।
ਜਦੋਂ ਕੋਈ ਮੌਤ ਦੀ ਗੱਲ ਕਰਦਾ ਬੰਦਾ ਕਹਿੰਦਾ ਕੋਈ ਹੋਰ ਗੱਲ ਸੁਣਾ, ਪਰ ਕੋਈ ਸਮਾਂ ਹੁੰਦਾ ਜਦੋਂ ਬੰਦਾ ਕੇਵਲ ਮੌਤ ਦੀਆਂ ਬਾਤਾਂ ਪਾਉਂਦਾ, ਉਹ ਹੋਰ ਵੀ ਬੜੀਆਂ ਮੌਤਾਂ ਦਾ ਜ਼ਿਕਰ ਕਰਦਾ, ਫਲਾਣੀ ਜਗ੍ਹਾ ਵੀ ਇਸ ਤਰ੍ਹਾਂ ਮੌਤ ਹੋਈ, ਫਲਾਣੀ ਜਗ੍ਹਾ ਵੀ ਇਸ ਤਰ੍ਹਾਂ ਹੋਈ। ਆਪਾਂ ਗੁਰਬਾਣੀ ਅਨੁਸਾਰ ਸਮਾਂ ਬੜਾ ਥੋੜਾ ਹੈ, 5-7 ਮਿੰਟ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਬਹੁਤੀ ਗੱਲ ਕਰਨ ਦਾ ਯਤਨ ਕਰਨਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੁਝ ਕਹਿਣ ਦੀ ਅਸੀਸ ਬਖਸ਼ਦੇ ਹੋਏ ਗੁਰਫਤਿਹ ਦੀ ਸਾਂਝ ਪਾਓ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪਾਵਨ ਬਚਨ ਨੇ ਸਫ ਹੈ ਸਦਾ ਸਦਾ ਐਵੇਂ ਗਈ ਵਿਹਾਈ, ਨਾਨਕ ਕਿਸ ਨੂੰ ਆਕੇ ਬਿਨ ਪੁੱਛਿਆ ਹੀ ਲੈ ਜਾਏ। ਆਪਾਂ ਕੋਈ ਚੀਜ਼ ਕਿਸੇ ਤੋਂ ਲੈਣੀ ਹੋਵੇ ਪਹਿਲਾਂ ਮੰਗ ਕਰਦੇ ਹਾਂ, ਪਰਿਵਾਰ ਤੋਂ ਵੀ ਅਸੀਂ ਚੀਜ਼ ਲਿਜਾ ਸਕਦੇ ਹਾਂ, ਪੁੱਛਦੇ ਹਾਂ ਕਿ ਨਹੀਂ। ਜੇ ਕੋਈ ਮੇਰੇ ਵਰਗਾ ਨਾ ਪੁੱਛੇ, ਬਿਨਾਂ ਪੁੱਛਿਆ ਕਿਸੇ ਦਾ ਕੋਈ ਟਰੈਕਟਰ ਲੈ ਜੇ, ਟਰਾਲੀ ਪਾ ਕੇ ਲੈ ਜੇ, ਕੋਈ ਸੰਦ ਪਾ ਕੇ ਲੈ ਜੇ, ਕੋਈ ਡਰਿੱਲ ਪਾ ਕੇ ਲੈ ਜੇ, ਰੋਟਾਵੇਟਰ, ਬੰਦਾ ਪਰੇ ਪੰਚਾਇਤ ਦੇ ਮੌਤਬਰ ਬੰਦੇ ਨੂੰ ਇਕੱਤਰ ਕਰਦਾ, ਕਹਿੰਦਾ ਜੀ ਮੇਰੇ ਪੁੱਛੇ ਤੋਂ ਬਿਨਾਂ ਇਹ ਮੇਰਾ ਸੰਦ ਪਾ ਕੇ ਲੈ ਗਿਆ। ਪਰੇ ਪੰਚਾਇਤ ਕਹਿੰਦੀ ਵੀ ਪੁੱਛਣਾ ਤੇਰਾ ਫਰਜ਼ ਬਣਦਾ ਸੀ। ਪਰ ਇੱਥੇ ਵੇਖੋ ਪਰਿਵਾਰ ਦਾ ਜੀ ਚਲਾ ਜਾਂਦਾ ਹੈ, ਨਾਨਕ ਕਿਸ ਨੂੰ ਆਖੀ ਬਿਨ ਪੁੱਛਿਆ ਹੀ ਲੈ ਜਾਏ। ਉਹ ਕਿਸੇ ਨੂੰ ਪਰਮਾਤਮਾ ਪੁੱਛਦਾ ਨਹੀਂ ਵੀ ਕਿਹਨੂੰ ਲੈ ਕੇ ਜਾਈਏ ਤੁਹਾਡੇ ਪਰਿਵਾਰ ਨੂੰ, ਕਿਉਂਕਿ ਮੌਤ ਅਸੀਂ ਪਹਿਲਾਂ ਲਿਖਾ ਕੇ ਆਏ। ਮੌਤ ਗੁਰਬਾਣੀ ਦਾ ਪਾਵਨ ਬਚਨ ਹੈ ਵੀ ਮੌਤ ਪਹਿਲਾਂ ਲਿਖੀ ਗਈ ਹੈ, ਜੀਵਨ ਬਾਅਦ ਚ ਮਿਲੇ। ਮਰਨ ਲਿਖਾਏ ਮੰਡਲ ਨੇ ਆਏ, ਪਹਿਲਾਂ ਮਰਨ ਲਿਖਿਆ ਤੇ ਮੰਡਲ ਕਹਿੰਦੇ ਸੰਸਾਰ ਨੂੰ, ਸੰਸਾਰ ਵਿੱਚ ਆਉਣਾ ਬਾਅਦ ਚ ਹੈ। ਬੰਦਾ ਬਾਅਦ ਚ ਆਇਆ, ਬੰਦੇ ਦਾ ਰਿਜ਼ਕ ਪਹਿਲਾਂ ਆਇਆ। ਪਹਿਲੋਂ ਦੇ ਧਾਰੀ ਚ ਸੰਭਾਹਾ, ਪਿੱਛੋਂ ਦੇ ਤੇ ਜੰਗ ਉਪਾ। ਤੇ ਜਦੋਂ ਕਿਸੇ ਦਾ ਰਿਜ਼ਕ ਮੁੱਕ ਜਾਂਦਾ ਉਹਨੂੰ ਕੋਈ ਰੱਖ ਨਹੀਂ ਸਕਦਾ। ਜਿਸ ਕੀ ਪੂਜੇ ਆਉਦ ਕਿਸੇ ਕੌਣ ਰੱਖਈ, ਵੈਦਿਕ ਅਨਿਕ ਅਪਾਪ ਕਹਾਂ ਲੋਕ ਪਾਕੇ। ਹਜ਼ੂਰ ਕਹਿੰਦੇ ਜਿਹਦੀ ਕੋਈ ਉਮਰ ਪੁੱਜ ਜਾਂਦੀ ਉਹਨੂੰ ਕੋਈ ਰੱਖਣ ਨੂੰ ਤਿਆਰ ਨਹੀਂ। ਉਹ ਝਗੜਾ ਹੁੰਦਾ ਨਾ, ਕਿਸੇ ਪਿਓ ਪੁੱਤ ਦਾ ਝਗੜਾ ਹੋ ਜਾਂਦਾ, ਭਰਾਵਾਂ ਦਾ, ਉਹ ਸਾਂਝੇ ਰਿਸ਼ਤੇਦਾਰ ਕਹਿੰਦੇ ਯਾਰ ਤੂੰ ਮੇਰੇ ਲਈ ਆ ਜਾ, ਤੈਨੂੰ ਮੈਂ ਰੱਖਦਾ। ਪਰ ਵੇਖੋ ਜਿਨ੍ਹਾਂ ਦੀ ਖਾਤਰ ਬੰਦਾ ਦਿਨ ਰਾਤ ਇੱਕ ਕਰ ਦਿੰਦਾ ਹੈ, ਜਦੋਂ ਸੰਸਾਰ ਤੋਂ ਜਾਂਦਾ ਉਹਨੂੰ ਰੱਖਣ ਨੂੰ ਕੋਈ ਤਿਆਰ ਨਹੀਂ। ਜਿਹੜਾ ਵੀ ਭੈਣ ਭਾਈ ਹੁੰਦਾ ਕਹਿੰਦਾ ਕਵੇਲਾ ਹੋ ਰਿਹਾ, ਛੇਤੀ ਕਰੋ। ਜਿਉ ਛੁੱਟੋ ਜਬ ਦੇ ਤੇ ਡਾਰ ਅਗਰ ਮੈਂ ਦੇਣਾ ਤਨ ਤੇ ਪ੍ਰਾਣ ਹੋ ਜਬ ਨਿਆਰੇ ਪੀਰ ਪ੍ਰੇਤ ਪਕਾਰ, ਤੂੰ ਘਰੇ ਰੱਖਣ ਨੂੰ ਤਿਆਰ ਨਹੀਂ। ਹਜ਼ੂਰ ਕਹਿੰਦੇ ਸਰਫੇ ਸਦਾ ਸਦਾ ਬੰਦਾ ਸਾਰੀ ਜ਼ਿੰਦਗੀ ਸਰਫਾ ਕਰਦਾ ਮਰ ਜਾਂਦਾ। ਘਰ ਨੂੰ ਚਲਾਉਣ ਲਈ ਇਧਰੋਂ ਵੀ ਸਰਫਾ ਕਰ ਰਿਹਾ, ਇਧਰੋਂ ਵੀ ਸਰਫਾ ਕਰ ਰਿਹਾ। ਇਹਦੇ ਹਰੇਕ ਪੱਖ ਤੋਂ ਸਰਫਾ ਕਰਦਾ, ਪਰ ਸਵਾਸਾਂ ਦਾ ਸਰਫਾ ਨਹੀਂ ਕਰਦਾ। ਸਵਾਸ ਰੋਜ਼ ਵਿਅਰਥ ਜਾ ਰਹੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ, ਧਰਮ ਕਰਮ ਦੇ ਕਾਰਜਾਂ ਤੋਂ ਬਿਨਾਂ ਸਵਾਸ ਵਿਅਰਥ ਜਾ ਰਹੇ ਨੇ। ਗੱਲ ਥੋੜੀ ਜਿਹੀ ਸਮਝ ਗੋਚਰੀ ਹੋ ਜੇ। ਮਸਕੀਨ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ, ਕਹਿੰਦੇ ਕੋਈ ਪ੍ਰਵਾਸੀ ਸੀ, ਉਹ ਬੜੀ ਉੱਚੀ ਰੋਲਾ ਪਾ ਰਿਹਾ, ਬੜਾ ਬਰਲਾਪ ਕਰ ਰਿਹਾ। ਆਸੇ ਪਾਸੇ ਦੇ ਲੋਕਾਂ ਨੇ ਉਹਦਾ ਰੋਣ ਸੁਣਿਆ ਤੇ ਇਕੱਠੇ ਹੋਏ। ਕਹਿੰਦੇ ਗੱਲ ਕੀ ਹੈ, ਤੈਨੂੰ ਦੁੱਖ ਕੀ ਹੈ? ਕਹਿੰਦਾ ਜੀ ਮੈਂ 1 ਸਾਲ ਮਿਹਨਤ ਕੀਤੀ ਸੀ, 24,000 ਰੁਪਇਆ ਮੇਰੇ ਪਰਸ ਚ ਚੋਰੀ ਹੋ ਗਿਆ, ਮੇਰਾ ਪਰਸ ਚੋਰੀ ਹੋ ਗਿਆ। ਦਿਨ ਰਾਤ ਇੱਕ ਕੀਤਾ, 1 ਸਾਲ ਦੀ ਮਿਹਨਤ ਮੇਰੀ ਬੇਕਾਰ ਚਲੀ ਗਈ, ਚੋਰੀ ਹੋ ਗਈ, ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ। ਉਹ ਕਹਿੰਦੇ ਉਹ ਭੀੜ ਦੇ ਵਿੱਚ ਇੱਕ ਸਾਧੂ ਮਹਾਤਮਾ ਸੀ, ਰੱਬ ਨਾਲ ਜੁੜਿਆ। ਕਹਿੰਦਾ ਭਲਿਆ 24,000 ਤੋਂ ਸਾਲ ਚ ਕਮਾਇਆ, ਫਿਰ ਕਮਾ ਲੇਗਾ। ਜਿਹੜੇ ਰੋਜ਼ 24,000 ਸਵਾਸ ਤੇਰੇ ਵਿਅਰਥ ਜਾ ਰਹੇ ਨੇ, ਉਹਨਾਂ ਦੀ ਤੈਨੂੰ ਚਿੰਤਾ ਹੀ ਨਹੀਂ, ਉਹਨਾਂ ਦੀ ਤੈਨੂੰ ਕੋਈ ਫਿਕਰ ਹੀ ਨਹੀਂ। ਹੋਰ ਪੱਖ ਤੋਂ ਅਸੀਂ ਸਰਫਾ ਬੜਾ ਕਰਦੇ ਹਾਂ, ਪਰ ਹਜ਼ੂਰ ਕਹਿੰਦੇ ਜਿਹੜੇ ਤੇਰੇ ਸਵਾਸ ਨੇ ਵਿਅਰਥ ਜਾ ਰਹੇ ਨੇ, ਇਹਨਾਂ ਬਾਰੇ ਵੀ ਸੋਚ। ਗੁਰਬਾਣੀ ਤੇ ਆਪਾਂ ਨੂੰ ਖਾਣਾ ਕਹਿੰਦੀ, ਦਿਨ ਦੇ ਪਹਿਰ ਤੇ ਘੜੀਆਂ ਆਪ ਘਟੇ ਤਨਸੀਜੇ। ਹਜ਼ੂਰ ਤੇ ਕਹਿੰਦੇ ਭਲਿਆ ਪਰਮਾਤਮਾ ਦੇ ਲੇਖੇ ਲਾ ਸਵਾਸ। ਗੱਲ ਥੋੜੀ ਜਿਹੀ ਹੋਰ ਸਮਝ ਗੋਚਰੀ ਹੋ ਜੇ। ਇੱਕ ਲੱਖੂ ਭਗਤ ਹੋਏ ਨੇ, ਕਹਿੰਦੇ ਜੀ ਲੱਖੂ ਭਗਤ ਨੇ ਇੱਕ ਉਹਨਾਂ ਦੀ ਪਤਨੀ ਤੇ ਇੱਕ ਜਵਾਨ ਬੇਟੀ, ਤਿੰਨੇ ਦਿਨ ਰਾਤ ਸੇਵਾ ਦੇ ਵਿੱਚ ਗੁਲਤਾਨ ਰਹਿੰਦੇ ਨੇ। ਘਰੇ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਨੇ। ਜਿਹੜਾ ਵੀ ਰਾਹਗੀਰ ਆਉਂਦਾ ਹੈ, ਬਿਨਾਂ ਕਿਸੇ ਭੇਦ ਭਾਵ ਦੇ ਹਰੇਕ ਰਾਹਗੀਰ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਕਹਿੰਦੇ ਅੱਜ ਕੋਈ ਸਾਧੂ ਮਹਾਤਮਾ ਆਇਆ, ਕਿਸੇ ਸਾਧੂ ਮਹਾਤਮਾ ਨੇ ਦੇਖਿਆ ਵੀ ਇਹਨਾਂ ਦੇ ਅੰਦਰ ਭਾਵਨਾ ਬੜੀ ਹੈ, ਨਿਮਰਤਾ ਬੜੀ ਹੈ। ਉਹਨਾਂ ਨੇ ਸਵਾਲ ਕੀਤਾ, ਪ੍ਰਸ਼ਾਦਾ ਛਕਿਆ ਤੇ ਲੱਖੂ ਭਗਤ ਨੂੰ ਕੋਲ ਸੱਦਿਆ। ਕਹਿਣਗੇ ਲੱਖੂ ਜੀ ਤੁਸੀਂ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋ, ਤੁਸੀਂ ਕੀ ਸੋਚ ਕੇ ਸੇਵਾ ਦੇ ਵਿੱਚ ਲੱਗੇ ਹੋ? ਤੁਹਾਡਾ ਮਕਸਦ ਕੀ ਹੈ? ਉਹ ਕਹਿੰਦਾ ਮਕਸਦ ਤੇ ਮੇਰਾ ਕੁਝ ਵੀ ਨਹੀਂ, ਮੈਂ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਜੁੜਿਆ। ਮੈਨੂੰ ਇੰਨੀ ਕੁ ਸਮਝ ਆਈ ਕਿ ਜ਼ਿੰਦਗੀ 4 ਦਿਨ ਦੀ, 4 ਦਿਹਾੜੇ ਦੀ ਜ਼ਿੰਦਗੀ ਹੈ, ਇਹਨੂੰ ਸੇਵਾ ਕਰਕੇ ਸਫਲ ਕੀਤਾ ਜਾ ਸਕਦਾ। ਮੈਂ ਗੁਰਬਾਣੀ ਦਾ ਪਾਵਨ ਬਚਨ ਪੜਿਆ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਿਆ
कसम पाई। ये जवाब दिता लघु भगत ने, उस साधु महात्मा ने, संत महापुरख ने उसकी घरवाली को सद्या, कहते बेटा तू भी दिन रात सेवा दे विच लगी रहनी है, सवेरे 3 बजे उठदी है, रात 11 बजे सौनी है, तू की सोच के सेवा दे विच लगी? वो को जवाब देंदी कि महात्मा जी मैं गुरबाणी पढ़ी है, 4 पैर की जिंदगी। हुण घर वाले ने क्या 4 दिहाड़े की, घर वाले कहनी 4 पैर की जिंदगी, 8 पैर होया करते हैं पूरे दिन दे विच, 4 पैर का दिन ते 4 पैर की रात, दिन रात रल के 8 पैर बनते हैं। कहती मैंने इन्नी कुछ समझ पई भी 4 पैर की जिंदगी में सफल कर लिए सेवा करके। हुण कहते भी वो महात्मा ने वो बेटी को सद्या, 16-17 साल की भर जवानी की उम्र है वो कन्या की, वो बेटी की। कह लगे बेटा इस उम्र दे विच ते कुड़ियां हार श्रृंगार अपने आप को सवारने में लीन रही, पर मैं देखा भी तू दिन रात सेवा दे विच लगी है, बड़ी शिद्दत के नाल तू भांडे साफ करती है। किस सोच के तू सेवा दे विच लगी? तो कहती भी मेरे पिताजी ने कहा भी 4 दिन की जिंदगी, मेरी माता ने कहा 4 पैर की जिंदगी है। महात्मा जी मैं तो गुरबाणी दे विच ये पढ़िया, हम आदमी हैं एकदम ही महत महत न जाना। मैं तो गुरबाणी दे विच पढ़िया, हर जप ने अखर ढिलना कीजिए मेरी जिंदगी मत के जापे सा आवे कि ना आवे राम, तुझे श्वास का पता नहीं। मैं कहनी भी जेड़ा सा अंदर गया मैं सेवा करके सफल करना। देखो दुनिया दे विच जाना की है, जे ते किसी ने सेवा की, चंगे अमल किए ने, नाम जपिया, हजूर कहने चीज़ां नाल जानियां, जिन्नी नाम ते आया गए मशक्कत घाल, जिन जिन नाम ते आया तिनके कास सरे हर गुरपुरा आराध्य दरगे सच खरी। ते जां हजूर ने कहा चंगियाइयां बुराइयां बाचे धर्म, हजूर जां चंगियाइयां जानियां जां बुराइयां जानियां, जां बाबा फरीद जी कहते फरीदा अमल जे कीते दुनिया में तां दरगे आए काम धर्म करने के काम तू किने को किते ने, जिवें वीर जी ने जिक्र किया भी हरेक काम दे विच मोहरी होया करदे सन। ये चीज़ां नाल जानियां, सवासां दा पता नहीं। किसी विद्वान ने बड़ा सोहना लिखा, कहता जिंदगी के हैं 2 जहां, कहते जिंदगी के हैं 2 जहां, एक ये जहां एक वो जहां। जिन्हों गुरबाणी ने कहा जहां तहां, इहां उहां, हलत पलत, लोग परलोक, जिन्हों गुरबाणी ने कहा 2 जहां की गल गुरबाणी भी करती है। निज कर एक हलत पलत, वो विद्वान कहता जिंदगी के हैं 2 जहां, एक ये जहां एक वो जहां, इन 2 जहां के दरमियान एक सांस का है फासला। एक आ जहान ते एक वो जहान, इन 2 जहाना के विचकार फासला कि एक श्वास का है, एक साह है। जिंदगी के हैं 2 जहां, एक ये जहां एक वो जहां, इन 2 जहां के दरमियान एक सांस का है फासला। अगर सांस चल रहा है तो ये जहां, अगर सांस रुक गया तो वो जहां। इनका जे साह चलता है तो ये जहान है, साह रुक गया तो आदमी नहीं कहा जाता। हम आदमी एकदम ही मोहन एक दम का आदमी है, दम निकल गया तेन मृतक कहना शुरू कर देंगे, पर कोई रखने को तैयार नहीं। इस श्वासां की खेड ये नहीं पता किहड़ा साह आखिरी होवे, क्योंकि होर चीज़ों का बंदा अनुमान ला सकता, पर हजूर कहते जोर ना जीवन मरना, जोर क्या जाना कि मरेंगे कैसा मरना होए। इतने में मेरे पातशाह ने कह दिता जो मन चेतन चेते सन सो गल नहीं रब कीआं। बंदा कहता कल मिलिया सा यार जी चंगा भला सी, मौत का बहाना बनता। याद रखा जी हीले रिजक बहाने मौत। कहते जी एक्सीडेंट हो गया, बंदे की डेथ हो गई, अटैक हो गया, कोई कहता कोरोना हो गया, कोई कह दिता किसी ने बिजली में हथ लाता करंट नाल मौत हो गई, कहते जी पानी च डुब के मर गया। ये सारे बहाने ने, जिहड़ा इन्हां कुदरती आफतां तो बच जाता है वह सदा नियामत थोड़ी हो जाता है। तो बाबा फरीद जी कहते बुढ़ा होवा शेख फरीद कंबल लगी दे, जे 100 वरिया जीवना पीतन होसी। कहते जे 100 वरे जी लिया, इन्हां चीज़ों तो बंदा मुक्त हो गया, कुदरती आफतां तो बच गया, मतलब ये थोड़ी भी अमल हो गया। एक निक्की जी गाथा सुना के खिमा दे जात हो जाना। कहते बच्चे खेडते ने पिंडां दे विच, पिंडां दे बच्चों की गल करना, अज शहरां दे बच्चों की खेडां ही होगी। पिंडां दे बच्चे गुल्ली डंडा खेडते सन, शरीरक जिहड़ियां खेडां सन वो खेडियां जांदियां सी। कहते पिंड दे बच्चे 3-4 इकट्ठे होए, वो कहते भी खाड़ पानी का वगदा, कहते आपां दीवे बालने वेंदे किहदा दीवा दूर नहीं जाता। कहते 4 दोस्तां ने दीवे पानी दे विच बाले ने, ते पानी दे विच दीवे बाल के छड्डे ने। एक बजुर्ग सारा कोत अक्खी वेख रहे,
ਕਹਿੰਦੇ ਜੇ ਦੀਵੇ ਬਾਲ ਕੇ ਖਾਲ ਦੇ ਵਿੱਚ ਛੱਡੇ ਨੇ, ਇੱਕ ਦੀਵਾ ਕਿਸੇ ਪੱਥਰ ਦੇ ਨਾਲ ਟਕਰਾਇਆ ਤੇ ਚਕਨਾਚੂਰ ਹੋ ਗਿਆ। ਦੂਜੇ ਤਿੰਨਾਂ ਨੇ ਤਾੜੀ ਮਾਰ ਕੇ ਖੁਸ਼ੀ ਮਨਾਈ, ਕਹਿੰਦੇ ਇਹਦਾ ਸਬਰ ਖਤਮ ਹੋ ਗਿਆ, ਇਹ ਦੀਵਾ ਗੁੱਲ ਹੋ ਗਿਆ। ਕਹਿੰਦੇ ਇਹਨੇ ਨੂੰ ਕੀ ਹੋਇਆ ਵੀ ਇੱਕ ਘੁੰਮਣ ਘੇਰੀ ਆਈ, ਉਹਨੇ ਦੂਜੇ ਦੀਵੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਦੂਜਾ ਦੀਵਾ ਵੀ ਗੁੱਲ ਹੋ ਗਿਆ, ਬੁੱਝ ਗਿਆ। ਦੋਹਾਂ ਨੇ ਤਾੜੀ ਮਾਰ ਕੇ ਬੜੀ ਖੁਸ਼ੀ ਮਨਾਈ, ਕਹਿੰਦੇ ਇਹਦਾ ਵੀ ਸਬਰ ਖਤਮ ਹੋ ਗਿਆ, ਥੋੜੀ ਦੂਰ ਤੱਕ ਹੀ ਗਿਆ। ਕਹਿੰਦੇ ਥੋੜਾ ਜਿਹਾ ਖਾਲ ਨਿਵਾਣ ਦੇ ਵਿੱਚ ਆਇਆ, ਜਦੋਂ ਦੀਵਾ ਨਿਵਾਣ ਵੱਲ ਗਿਆ ਤੇ ਇੱਕ ਨਿਵਾਣ ਦੀ ਭੇਟ ਚੜ ਗਿਆ। ਜਿਹੜਾ ਆਖਰੀ ਦੀਵਾ ਨਾ ਉਹ ਮੁੰਡਾ ਪੁੱਛਣ ਲੱਗ ਪਿਆ, ਕੁੱਦਣ ਲੱਗ ਪਿਆ, ਬੜੀ ਖੁਸ਼ੀ ਮਨਾਉਂਦਾ, ਕਹਿੰਦਾ ਆਪਣਾ ਦੀਵਾ ਅਜੇ ਵੀ ਜਗਦਾ ਹੈ। ਇਹਨਾਂ ਦੇ ਦੀਵੇ ਬੁਝ ਗਏ। ਕਹਿੰਦੇ ਕੋਲ ਬਜ਼ੁਰਗ ਸੀ, ਕਹਿੰਦਾ ਪੁੱਤਰਾ ਬਾਲਾ ਪੁੱਛਣ ਨਾ, ਉੱਥੇ ਜਾ ਕੇ ਤੇਲ ਇਹਦਾ ਵੀ ਮੁੱਕ ਜਾਣਾ, ਬੋਝ ਇਹਨੇ ਵੀ ਜਾਣਾ। जब लग तेल दीवे मुख बाती तब सूझे सब कोई, तेल जले बाती ठहरानी सुनना मंदिर होई। रे बोरे तुहे घरी ना रखा कोई, तू राम नाम जप सुन। कहते उदों किसी ने घरे नहीं रखना। इन्हां दी मौत अपने सारे लिए एक स्नेहा है भी सामने संसार को तुर जाना, जिन्नी देर अंदर फूक के इउं लगदा भी सारा कुछ मेरा है। कहते भी बच्चे खेडते ने फुटबाल की खेड, एक फकीर कोलों लंघदा की वेखदा भी एक बच्चा किक मारदा, सारे बच्चे उहदे पिछे दौड़ते, उधर ठुड्डा वजदा उधर दौड़ पैंदे ने, कोई गोल करदा बड़ी खुशी मनाउंदा, दूजी टीम थोड़ी जी उदास हुंदी है। थोड़ी देर बाद खेड समाप्त हुंदी है ना, बच्चे ग्राउंड चों बाहर आउंदे ने, फकीर साधू एक नूं पुछदा, कहंदा पुत्रा खेड मुक गई है? कहता बाबा जी तुहानू नहीं पता लगा, फुटबाल की फूक मुक गई ते खेड मुक गई। कहता अच्छा फूक दे नाल खेड चलदी है? कहता बंदे दी खेड हुई है, जिन्नी देर अंदर फूक के बंदा खेडदा, किसी काम का ठुड्डा वजदा इधर नूं दौड़ पैंदा, किसी काम का ठुड्डा वजदा इधर नूं दौड़ पैंदा, किसी काम में सफल हो जाता, कहता मैं गोल करता, किसी नूं घाटा पै जांदा, कहता जी मैनूं घाटा पै गया, निराश हो जाता। पर देखो सफल वो है जिहड़ा जिंदगी की बाजी जित के जाता है, ਜਿਹੜਾ ਗੁਰੂ ਆਸ਼ਰਮ ਸਾਹਿਬ ਜੀਵਨ ਬਤੀਤ ਕਰਦਾ। ਜਿਵੇਂ ਭਾਈ ਸੁਖਪਾਲ ਸਿੰਘ ਕਹਿੰਦੇ ਧਰਮ ਕਰਮ ਦੇ ਕਾਰਜਾਂ ਦੇ ਵਿੱਚ ਮੋਹਰੀ ਹੁੰਦੇ ਸਨ ਤੇ ਗੁਰਬਾਣੀ ਦਾ ਫੈਸਲਾ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਧਾਂਦਰ ਕੇ ਆਏ ਕੰਮ, ਇੱਥੇ ਚੰਗੇ ਕੰਮ ਅਗਲੀ ਦਰਗਾਹ ਦੇ ਵਿੱਚ ਵੀ ਕੰਮ ਆਉਂਦੇ ਨੇ। ਸੋ ਇਸ ਪਰਿਵਾਰ ਨਾਲ ਬੜਾ ਨੇੜੇ ਦਾ ਰਿਸ਼ਤਾ ਸੀ, ਕਿਉਂਕਿ ਜਦੋਂ ਵੀ ਪਿੰਡ ਦੇ ਵਿੱਚ ਤੁਸੀਂ ਸਮਾਗਮ ਕੀਤਾ, ਦਾਸ ਨੂੰ ਸੱਦਿਆ, ਸਾਹਮਣੇ ਗੁਰਦੁਆਰੇ ਤੋਂ ਬਾਅਦ ਲੰਗਰ ਪ੍ਰਸ਼ਾਦਾ ਚਾਹ ਪਾਣੀ ਇਸ ਘਰ ਦੇ ਵਿੱਚ ਹੁੰਦਾ ਸੀ। ਭੈਣ ਜੀ ਵੀਰ ਜੀ ਬੜੇ ਅਦਭੁਤ ਸਤਿਕਾਰ ਦੇ ਨਾਲ ਹਰੇਕ ਆਏ ਗਏ ਦੀ ਸੇਵਾ ਕਰਦੇ ਨੇ। ਸੁਣਿਆ ਕੱਲ ਸਰਦਾਰ ਹਰਜਿੰਦਰ ਸਿੰਘ ਨੇ ਦੱਸਿਆ, ਬੜਾ ਦੁੱਖ ਹੋਇਆ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਵੇਖੋ ਸਰੀਰ ਦਾ ਅੰਤ ਹੁੰਦਾ ਹੈ, ਆਤਮਾ ਦਾ ਅੰਤ ਨਹੀਂ ਜੇ ਹੋਇਆ। ਜੇ ਆਤਮਾ ਦਾ ਵੀ ਸਰੀਰ ਦੇ ਨਾਲ खत्म हो जाती तो फिर असीं इत्थे अज ये ना कहिंदे विछड़ी हुई आत्मा नूं अपने चरनां च सजीवी निवास बख्शो। आत्मा का अंत उदों जदों आत्मा परमात्मा दे विच अभेद हो जाती, नहीं तो बंदा जूना दे विच शरीर का खात्मा हुंदा, शरीर का सफर खत्म होया है। आत्मा का सफर निरंतर जारी है। जब सारे ने रल के गुरु पातशाह के चरनां च अरदास करनी, दाता विछड़ी हुई आत्मा नूं अपने चरनां च सजीवी निवास बख्शो। और अपने सारे लिए इन्हां दी मौत एक स्नेहा है, सबना मरना आया विछोड़ा सबना, जो आया सो चल सी, सब कोई आई वारी है। ये नहीं पता अपनी वारी कदों आ जाए। नाम जप के चंगे कर्म करके आप शरीर नूं आत्मा नूं सफर कर सकते हैं। सो विचारा करदे को बेअंत प्रकार दी भुलां गलतियां हो जांदियां ने। गुरु साहिब और गुरु की संगत बख्श योग है, बख्श लेना। अंत खिमा दी आसीस बख्श गुर फतेह दी सांझ पाओ। सर्वत संगत आखो जी वाहिगुरू जी का खालसा वाहिगुरू जी की फतेह। परम सरकारी सरदार सुखपाल सिंह जी ਦੀ ਅੰਤਮ ਅਰਦਾਸ ਵਿੱਚ ਰਿਸ਼ਤੇਦਾਰ ਭੈਣ ਨਗਰ ਵਾਸੀ ਇਲਾਕਾ ਨਿਵਾਸੀ ਸੰਗਤ ਵਿੱਚ ਬੈਠੇ ਹਨ। ਆਓ ਸਾਰੇ ਫਤਿਹ ਬੁਲਾਈਏ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਰਖਾਇਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ, जिन्हों ने इस परिवार में बहुत दिन घटना वापरी सी। सतगुरु जी सही अखंड पातशाह जी भोग पाए, उपरंत सतगुरु जी खुले दीवान अंदर
विराजमान हुए। रागी जथे ने कीर्तन किया। मैं समझना कि ये बोलना मेरे लिए मुश्किल नहीं तो मुमकिन जरूर है, क्योंकि इस परिवार नाल साडा कभी भाईचारक सांझ नहीं सी, बहुत गूढ़ा रिश्ता सी। मेरे माता पिता जी के विचोले सरदार मोहन सिंह जी ते सरजीत कौर जी सन, ते पाकिस्तान तो भी साडे नानके परिवार का ये परिवार सी। ते उस हिसाब नाल ही साडे परिवार नाल इन्हां दे संबंध अज भी सन। जदों सतपाल सिंह ने मिलना ते कई बार इन्होंने मामा जी कहना, मैनू वो घटना बार बार याद आ रही है। सरपंच साहब इतने गुरजिंदर सिंह जी, मैं तकरीबन 5 महीने तो किसान मोर्चे दिल्ली टिकरी बॉर्डर पर ला के आया। सुखपाल सिंह जी भी सारी पंचायत नाल इथों बस भर के गई। 3 दिन मेरे को रहे। जदों वापस तुरन लगे मैं कल्ले कल्ले नूं मिलिया, सारे बस में बैठ के गए। एक बारी बस की बारी चो वापस चले गए, फिर मैंने घुट के मिले। बस वही साडी मिलनी सी। सुखपाल सिंह जी की जीवन झात पता सारिਆਂ ਨੂੰ। उन्हां दा जन्म माता सरजीत कौर जी के कुखों सरदार मोहन सिंह जी के गृह विखे पिंड ब्रह्मपुर तहसील देवीगढ़ जिला पटियाला विखे होया। और आप 6 भैन भरा सन और 4 तो छोटे सन, 5वें स्थान पे सन। एक भैन उन्होंने तो छोटी सी। वड्डे साडे मासी जी का नाम सिमरन सी, छोटे स्वर्ण कौर, छोटे कृष्णा जी, उस तो छोटे बलवीर कौर, उस तो छोटे सुखपाल सिंह, उन्होंने तो छोटे राजपूत से। ये परिवार सी। और उन्होंने शादी मियाँ सिंह वाला विखे शाह हरि सिंह जी बेटी मनदीप कौर नाल हुई। और आप जी के गृह विखे 2 बच्चों का जन्म होया। जसकरण सिंह जी बेटा, नवनीत कौर बेटी। जसकरण सिंह जो कनेडा में PR, बेटी जो पटियाला विखे डॉक्टर बन चुकी है, दोबारा MD का कोर्स फिर कर रही है। और पिंड दे विच उन्हां दा लोड़वंदां गरीब लोगों की सहायता करनी, हर काम च अगे होके जाना और अपना काम समझना। सो इन्हों का जीवन सी। पर तकरीबन 50-52 साल की उम्र में चले गए। भावें अजे उन्होंने संसार के बहुत सारे काज अधूरे सन, क्योंकि समाज है ना, संसार के जदों असीं अग तो देखते हैं तो बहुत वड्डा ना पूरा पैण वाला घाटा साडे भैन मनदीप कौर नूं, बच्चों और भैनों। पर इसका दूसरा पक्ष ताई सतगुरु कहते हैं ना कि बिरख की छाया सो रंग लावे, वो बिलसे वो मन पछतावे, जो दिसे सो चालनहार लखरियो ते अंधदार। सतगुरु करीमनाथ सच्चे पातशाह गुरबाणी के अनुसार सानू समझ बख्शिश करते हैं कि कोई मनुख गूढ़े दरख्त की थले छावें बैठ जाए और सौ जाए, उन्होंने धुप आ जाए तो उठ के झूले कि मैं तो छावें सुता सी, धुप क्यों आई। तो सतगुरु जी सानू एक एग्जाम्पल देते हैं, कहते कि जिस तरह तेरे तो छां चली गई, धुप आ गई, चेता कर संसार तो तू ही चले जाना है, वो वाहिगुरू ने चेते कर लिए। सो इस करके भाई ये संसार जिहड़ा आ, जदों किसी की सवासां की पूंजी पूरी हो गई, सवास खत्म हो गए, साडे सारियां दे भी जिन्ना चਿਰ सवास ते असीं बैठे असीं संसार ते रहना थोड़ी है। पर जदों जदों किसी के सवासां की पूंजी मुकदी है, उन्होंने जाना पैंदा। संसार की एक रीत है, क्योंकि सतगुरु सच्चे पातशाह उस वाहिगुरू ने जिहड़ा संसार बनाया है ना,
ਇਹ ਸੰਸਾਰ ਬੜਾ ਸੁੰਦਰ ਹੈ ਤੇ ਜੇ ਸਾਨੂੰ ਇਹ ਸਮਝ ਪੈ ਜਾਵੇ ਗੁਰੂ ਦੀ ਕਿਰਪਾ ਨਾਲ ਕਿ ਜਿਵੇਂ ਸੰਸਾਰ ਇੰਨਾ ਸੁੰਦਰ ਬਣਾਇਆ ਉਹ ਆਪ ਕਿੰਨਾ ਸੁੰਦਰ ਹੋਵੇਗਾ, ਫਿਰ ਇਨਸਾਨ ਉਸ ਪਾਸੇ ਨੂੰ ਕਦਮ ਪੁੱਟਦਾ ਕਿ ਜਿਹੜੀ ਹਰੇਕ ਚੀਜ਼ ਸੰਸਾਰ ਤੇ ਆ ਇੰਨੀ ਸੁੰਦਰ ਬਣੀ ਹੋਈ ਹੈ ਤੇ ਜਿਹੜਾ ਇਹਦਾ ਕਾਰੀਗਰ ਹੈ ਉਹ ਕਿੰਨਾ ਸੁੰਦਰ ਹੋਵੇਗਾ, ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਸਤਿਗੁਰੂ 10 ਜਾਮੇ ਧਾਰ ਕੇ ਸੰਸਾਰ ਦੇ ਵਿੱਚ ਆਏ, ਸਰੀਰ ਦੇ ਵਿੱਚ ਸਾਡੇ ਵਾਂਗ ਵਿਚਰੇ, ਉਹ ਗਏ ਨਹੀਂ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਦਾ ਕੇ ਗਏ, ਜੋਤ ਕਰਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਤੇ ਪੂਰੇ ਸੰਸਾਰ ਨੂੰ ਗੁਰੂ ਜੀ ਸੇਧ ਦੇ ਰਹੇ ਨੇ। ਪਰਿਵਾਰ ਦਾ ਘਾਟਾ ਕੋਈ ਦੁਨੀਆ ਦੀ ਤਾਕਤ ਪੂਰਾ ਨਹੀਂ ਕਰ ਸਕਦੀ, ਕੋਈ ਇਨਸਾਨ ਪੂਰਾ ਨਹੀਂ ਕਰ ਸਕਦਾ। ਇਹ ਮਾਲਕ ਹੈ ਨਾ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪੇ ਹੀ ਪਾਲਣਾ ਕਰਦੇ ਨੇ ਸਾਰਿਆਂ ਦੀ, ਔਰ ਇਹਦਾ ਪੱਲਾ ਫੜ ਕੇ ਹੀ ਸਾਨੂੰ ਸੁਖ ਸ਼ਾਂਤੀ ਤੇ ਜਿਹੜੀਆਂ ਘਾਟਾਂ ਨੇ ਉਹ ਨਾ ਮਹਿਸੂਸ ਹੋਣ। ਭਾਵੇਂ ਕਿ ਬੜੀ ਔਖੀ ਗੱਲ ਆ, ਪਰ ਜੀਵਨ ਤਾਂ ਜਿਉਣ ਦਾ ਢੰਗ ਤਰੀਕਾ ਤਾਂ ਸਾਨੂੰ ਸਿੱਖਣਾ ਪੈਣਾ ਹੈ ਨਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵੀ, ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਸਕਦੇ ਆ। ਮੈਂ ਜਿੱਥੇ ਸੰਗਤ ਦੀ ਅਰਦਾਸ ਹੋ ਚੁੱਕੀ ਹੈ, ਵਿਅਕਤੀਗਤ ਅਰਦਾਸ ਨੂੰ ਮਹਿਣਾ ਨਹੀਂ ਰੱਖਦੀ, ਪਰ ਸਿੱਖ ਕੋਲ ਸਵਾਏ ਅਰਦਾਸ ਤੋਂ ਕੋਈ ਚਾਰਾ ਵੀ ਨਹੀਂ। ਮੈਂ ਵੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਰਦਾਰ ਸੁਖਪਾਲ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਔਰ ਉਹਨਾਂ ਦੀਆਂ ਭੈਣਾਂ, ਬੱਚੇ, ਸਾਡੇ ਭੈਣ ਮਨਦੀਪ ਔਰ ਸਾਰੇ ਰਿਸ਼ਤੇਦਾਰ, ਜਿੰਦਰ ਸਿੰਘ ਗੋਲਡੀ ਔਰ ਜਿੰਨੇ ਵੀ ਰਿਸ਼ਤੇਦਾਰ ਆਏ ਸਾਰਿਆਂ ਨੂੰ ਭਾਵਨਾ ਮਨੋਂ ਦਾ ਬਲ ਬਖਸ਼ੀ ਤੇ ਉਹਦੀ ਗੈਰ ਹਾਜ਼ਰੀ 'ਚ ਜੀਵਨ ਜਿਉਣ ਦਾ ਬਲ ਬਖਸ਼ੀ, ਤੇ ਇਹ ਪਰਿਵਾਰ ਇਸੇ ਤਰ੍ਹਾਂ ਤਰੱਕੀ ਕਰਦਾ, ਜਿਹੜੀ ਸੰਸਾਰੀ ਹੈ ਇਸੇ ਤਰ੍ਹਾਂ ਇਹਨਾਂ ਦਾ ਚੱਲਦਾ ਰਹੇ। ਇਹ ਸਾਡੀ ਸਾਰਿਆਂ ਦੀ ਅਰਦਾਸ ਹੈ। ਸਤਿਗੁਰੂ ਵੀਰਨਾਥ ਸੱਚੇ ਪਾਤਸ਼ਾਹ ਜਿੱਥੇ ਇਸ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਬਹੁਤ ਸਾਰੇ ਆਏ, ਸਾਰਿਆਂ ਦੇ ਨਾਂ ਲਈਏ ਤੇ ਬੜਾ ਸਮਾਂ ਲੱਗੇਗਾ, ਪਰ ਕੁਝ ਸ਼ਖਸੀਅਤਾਂ ਰਾਜਨੀਤਿਕ ਖੇਤਰ ਵਿੱਚ ਜਿਨ੍ਹਾਂ ਦਾ ਯੋਗਦਾਨ ਹੈ ਉਹ ਇਹ ਪਰਿਵਾਰ ਨਾਲ ਸਨੇਹ ਰੱਖਦੇ ਆ, ਜਿਨ੍ਹਾਂ ਦੇ ਵਿੱਚ ਸਰਦਾਰ ਕਾਲ ਸਿੰਘ ਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਖੂ, ਉਹ ਵੀ ਹਾਜ਼ਰੀ ਲਗਾ ਕੇ ਗਏ ਨੇ, ਔਰ ਸਰਦਾਰ ਜੋਗਿੰਦਰ ਸਿੰਘ ਜੀ ਸਰਪੰਚ ਲਹਿਰਾ ਵਿੱਚ ਬੈਠੇ ਹਨ, ਚਰਨਜੀਤ ਸਿੰਘ ਜੀ ਸਿੱਕੀ ਪ੍ਰਧਾਨ ਯੂਥ ਅਰੋੜਾ ਸਭਾ ਪੰਜਾਬ, ਔਰ ਇਸੇ ਤਰ੍ਹਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਖੂ ਔਰ ਬੀਕੇ ਯੂਥ ਪੰਜਾਬ ਵੱਲੋਂ ਵੀ ਹਾਜ਼ਰੀ ਲਗਾ ਕੇ ਗਏ ਨੇ, ਔਰ ਅਵਤਾਰ ਸਿੰਘ ਜੀ ਜੀਰਾ ਸਾਬਕਾ ਪੰਜਾਬ ਸਟੇਟ ਚੇਅਰਮੈਨ, ਉਹ ਵੀ ਹਾਜ਼ਰੀ ਲਗਾ ਕੇ ਗਏ ਨੇ, ਅਨਰਜੀਤ ਕੰਬੋਜ ਕੋਟੀ ਸੇਖਾਂ ਹਾਜ਼ਰੀ ਲਗਾ ਕੇ ਗਏ ਨੇ। ਸੋ ਇਸੇ ਤਰ੍ਹਾਂ ਸਰਦਾਰ ਨਿਸ਼ਾਨ ਸਿੰਘ ਜੀ ਚੇਅਰਮੈਨ ਦੈਨਪਾਲ ਬੈਂਕ ਜੀਰਾ, ਉਹ ਵੀ ਪਹੁੰਚੇ ਨੇ, ਸਰਦਾਰ ਮਹਿੰਦਰਜੀਤ ਸਿੰਘ ਜੀ ਪਹੁੰਚੇ ਨੇ। ਸੋ ਹੁਣ ਬੇਨਤੀ ਕਰਾਂਗਾ ਸਰਦਾਰ ਮਹਿੰਦਰਜੀਤ ਸਿੰਘ ਜੀ ਚੇਅਰਮੈਨ ਬਲਾਕ ਸੰਮਤੀ ਜੀਰਾ, ਉਹ 2 ਸ਼ਬਦ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਪਰਿਵਾਰ ਵੱਲੋਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂਗਾ। ਸੋ ਮੈਂ ਬੇਨਤੀ ਕਰਾਂਗਾ ਮਹਿੰਦਰਜੀਤ ਸਿੰਘ ਜੀ ਚੇਅਰਮੈਨ ਬਲਾਕ ਸੰਮਤੀ ਜੀਰਾ, ਜੋ ਐਮਐਲਏ ਕੁਲਵੀਰ ਸਿੰਘ ਜੀ ਦੇ ਚਾਚਾ ਜੀ ਨੇ, ਇੰਦਰਜੀਤ ਸਿੰਘ ਜੀਰਾ ਦੇ ਛੋਟੇ ਭਰਾਤਾ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ 2 ਸ਼ਬਦ ਸਾਂਝੇ ਕਰਨਗੇ। ਮਹਿੰਦਰਜੀਤ ਸਿੰਘ ਜੀ। ਦੁਖੀ ਹਿਰਦੇ ਨਾਲ ਬਿਰਾਜਮਾਨ ਗੁਰੂ ਪਿਆਰੇ ਸਾਹਿਬ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ, ਦੇ ਮਾਂ-ਮਾਕਾਂ ਅਨੁਸਾਰ ਮੇਰੇ ਬਹੁਤ ਹੀ ਪਿਆਰੇ ਛੋਟੇ ਵੀ ਸਰਦਾਰ ਸੁਖਪਾਲ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ। ਇਹ ਅਕਾਲ ਪੁਰਖ ਦਾ ਭਾਣਾ ਹੈ, ਜੋ ਆਇਆ ਸੋ ਚੱਲ ਸੀ, ਸਭ ਤੋਂ ਆਈ ਵਾਰੀਏ। ਜੋ ਇਸ ਦੁਨੀਆ ਤੇ ਆਇਆ ਉਹਨੇ ਚਲੇ ਜਾਣਾ, ਜੋ ਘੜਿਆ ਹੈ ਭੱਜਣਾ ਹੈ। ਰਾਮ ਗਇਓ ਰਾਮਨ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਛਨੇ ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਏ ਜੋਨ ਹੋਣੀ ਹੋਏ, ਇਹ ਮਾਰਗ ਸੰਸਾਰ ਤੇ ਨਾਨਕ ਫਿਰ ਨਹੀਂ ਕੋਈ। ਮਰਨਾ ਲਿਖਾਏ ਮੰਡਲ ਮਿਆ, ਜੋ ਮਨੁੱਖ ਉਸ ਦੁਨੀਆ ਤੇ ਆਉਂਦਾ ਹੈ ਉਹਨੂੰ ਗੁਰੂ ਮਹਾਰਾਜ ਵੱਲੋਂ ਦਿੱਤੇ ਹੋਏ ਵਿਸ਼ਵਾਸ ਹੋ ਕੇ ਇਸ ਫਾਨੀ ਸੰਸਾਰ ਨੂੰ ਅਲੱਗਾ ਕਹਿ ਕੇ ਇਸ ਦੁਨੀਆ ਤੋਂ ਜਾਣਾ ਪੈਂਦਾ ਹੈ। ਪਰ ਸਾਡੇ ਵੀ ਸਰਦਾਰ ਸੁਖਪਾਲ ਸਿੰਘ ਜੀ, ਉਹਨਾਂ ਦਾ ਜਾਣ ਦਾ ਸਮਾਂ ਨਹੀਂ ਸੀ ਅਜੇ।
अजे तक छोटी जी आयु सी 50-52 साल की आयु सी सारी। सो मैं समझदा उन्होंने जान के नाल जिथे सज्जना मित्र रिश्तेदारां नूं ना पूरा होने वाला घाटा पिया है, उत्ते परिवार नूं साडी भैन मनदीप और बच्चे सारे ही परिवार नूं अकाए अते असह सदमा पुजा। जे आपां वीर दी जीवन बारे गल करिए तो उनके संबंध में मेरे तो पहलों सरदार महेंद्र सिंह जी लहरा चेयरमैन उन्होंने बहुत विस्तार रूप दसिया है कि बहुत ही सच्चे सुचे इंसान सन, गुरु के लड़ लगे सन, गरीबों की लोड़वंदां की हर वेले दिन रात एक कर जाते सन, काम करते सन। और मनुख इस दुनिया से आता चला जाता, आप लेखा जोखा करते हैं कि वो कुछ पा के गया है या गवा के गया है। मैं समझदा कि वीर सुखपाल सिंह जिस दुनिया से आए वो कुछ पा के गए ने, गवा के नहीं गए। तो गुरबाणी का प्रमाण है, गुरमुख जन्म सवार दरगे चलिया, सच्ची दरगे जाए सच्चा पिंड बलिया। मैं समझा कि वो सच्ची दरगाह के गए ने क्योंकि वो गुरु के लड़ लगे हुए सन। सो फरीदा दरियावे कन्ने मगला बैठा गेल करे खेल करे दे हांज वचन ते बाज पाए ते शराब दे केला मिसरियां, जो मन चेतना चेते सन सो गाली रब दी। सो परिवार में अज चित चेता ही नहीं सी कि इतनी जल्दी वीर जी विछोड़ा दे के चले जाएंगे। सो अज तुसीं अज दूरों नेड़ों पंजाब के कोने कोने तो सज्जन मित्र रिश्तेदार ते वख-वख पार्टियां दे आगू साहिबान इत्थे पहुंचे हो। अज इत्थे साबका मंत्री इंद्रजीत सिंह जीरा उन्होंने भी पहुंचना सी कि उन्हों का बहुत ज़्यादा इस परिवार के नाल प्यार सी। उन्होंने मनदीप नूं अपनी भैन बनाया हुआ सी, भैन की तरह सारे परिवार के नाल वो वर्ता करते सन। तो उन्हों का भी सुनेहा आया है, उन्होंने बहुत इस अचनचेत हुई मौत से बहुत डूंगा दुख प्रगट किया है। इत्थे साबका इत्थे मौजूदा MLA सरदार कुलवीर सिंह जीरा उन्होंने पहुंचना सी, पर वो भी क्वारंटाइन हुए ने, उन्होंने करोना करके वो भी नहीं इत्थे पहुँच चुके। सो अफसोस है कि सरदार इंद्रजीत सिंह जीरा ते सरदार कुलवीर सिंह जीरा दोवें ही उन्होंने सेहत ठीक होने करके ना होने करके इत्थे नहीं पहुँच सके। सो मैं अपनी भैन मनदीप कौर नाल दुख सुख साझा करता होया सारे ही जीरा परिवार वालों गुरु महाराज जी की अरदास बेनती करांगा। ये महाराज सच्चे पातशाह परिवार नूं भाना मनण दा बल बख्शना ते पिछे परिवार नूं भाना मनण दा बल बख्शना ते साडे वीर नूं अपने चरणों के विच निवास बख्शना। सो जिस साकर से नहीं चारा ताकू के जे सदा नमस्कारा, जिस कार पुरख वैगुरु अगे उचारा नहीं नमस्कार कर सकते हैं। देव सज्जन सीसरियां जो हुए सर सुने शरता के फुल भेट करदे कोई त्रुटि लगी हो गलती हो गई किथेवां दा जातिकां। सो मैं ये बेनती करदा कि असीं अपनी भैन मनदीप के सारे परिवार के नाल असीं चट्टान की तरह खड़े हाँ। दिन होवे रात होवे जदों भी सानूं आवाज़ मारनगे असीं हाजिर होवांगे। जिहड़ा जीरा साहब का आशीर्वाद भी परिवार के नाल है। सो शरता के फुल भेट करदे कोई त्रुटि रह गई हो गलती हो गई खिमा दा जातिकां। वाहिगुरू जी का खालसा वाहिगुरू। सरदार सिंह जी वो भी इतने हाजिर ने जो काली लीडर ने। सो जिथे रिश्तेदार भैन भरा सारे इस परिवार से रखने वाले बस बात भी एक मिनट तो मैं सारी आई संगत का परिवार का मैंबर होने के नाते धन्यवाद करना कि तुसी इस दुख की घड़ी में आए और दुख की घड़ी में आने नाल दुख घट जाता। सो तुहाडा सारिਆਂ ਦਾ धन्यवाद।